ਅੱਜ ਦਾ ਜਿਹੜਾ ਪ੍ਰੋਟੈਸਟ ਹੈ ਅਸੀਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਆਫਿਸ ਦੇ ਅੱਗੇ ਕਰ ਰਹੇ ਹਾਂ ਔਰ ਇਹਦੇ ਵਿੱਚ ਸਾਡੇ ਚਾਰੋਂ ਕੰਪਨੀਆਂ ਦੇ ਜਿਹੜੇ EMPLOYEE ਹੈ ਕਲਾਸ 1 to 4 ਇਹਦੇ ਵਿੱਚ ਸ਼ਾਮਲ ਹੈ। ਔਰ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹਦੇ ਸਾਡੇ ਮੁੱਖ ਮੁੱਦੇ ਹੈ ਪ੍ਰਾਈਵੇਟਾਈਜੇਸ਼ਨ, ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਨੇ ਇੱਕ ਮੂਵ ਚਲਾਈ ਹੈ ਜਿਹਦੇ ਵਿੱਚ ਉਹ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਪ੍ਰਾਈਵੇਟ ਕਰਦੀ ਪਈ ਹੈ। ਇਹਦੇ ਨਾਲ ਹੀ ਉਹ 2 ਪਬਲਿਕ ਸੈਕਟਰ ਦੇ ਬੈਂਕਸ ਔਰ LIC ਦੇ ਵਿੱਚ IPO ਲਿਆ ਰਹੇ ਆ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਾਡਾ ਜੁਆਇੰਟ ਫਰੰਟ ਹੈ JFTU ਸ਼ਾਰਟ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ, ਅਸੀਂ ਸਾਰੇ ਕਲਾਸ 1 to 4 EMPLOYEES ਜਿਹੜੇ ਆ ਇਹ ਸਾਰੇ ਇਹਨਾਂ ਦਾ ਵਿਰੋਧ ਕਰਦੇ ਹਾਂ ਪ੍ਰਾਈਵੇਟਾਈਜੇਸ਼ਨ ਦਾ। ਔਰ ਤੁਸੀਂ ਜਦੋਂ 1938 ਵਿੱਚ ਇਹ ਜਿਹੜੀ ਕੰਪਨੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਹੈ ਇਹ ਫਲੋਟ ਹੋਈ ਸੀ, ਉਦੋਂ ਪ੍ਰਾਈਵੇਟ ਸੈਕਟਰ 'ਚ ਸੀ। ਦੈਨ ਇਹ ਕੰਪਨੀ ਜਦੋਂ ਸਰਕਾਰ ਨੇ 107 ਕੰਪਨੀਆਂ ਜਿਹੜੀਆਂ ਪ੍ਰਾਈਵੇਟ ਹੈ ਉਹਨੂੰ ਇਕੱਠਾ ਕਰਕੇ 4 ਕੰਪਨੀਆਂ ਇਹ ਬਣਾਈਆਂ, ਉਹਦੇ ਵਿੱਚੋਂ ਯੂਨਾਈਟਿਡ ਇੰਡੀਆ ਇੱਕ ਸੀ। ਔਰ ਇਹਨਾਂ ਦੇ ਉੱਤੇ GIC ਜਿਹੜੀ ਹੈ ਹੋਲਡਿੰਗ ਕੰਪਨੀ ਸੀ ਉਹ ਸੀ। ਔਰ ਜਿਹੜਾ ਸਾਡਾ ਇਹਦਾ ਮੇਨ ਪਰਪਸ ਸੀ ਇਹਨੂੰ ਨੈਸ਼ਨਲਾਈਜੇਸ਼ਨ ਦਾ, ਉਹ ਸੀ ਜਿਹੜੀ ਹੈ ਇਹਦਾ ਸੋਸ਼ਲ ਆਬਜੈਕਟਿਵ ਅਚੀਵ ਕਰਨਾ। ਔਰ ਉਹ ਬਹੁਤ ਜਿਹੜੇ ਹੈ ਪੂਅਰ ਹੈ, ਡਾਊਨ ਟਰੋਡਨ ਹੈ, ਉਹਨਾਂ ਨੂੰ ਜਿਹੜੀਆਂ ਇਹ ਕੰਪਨੀਆਂ ਇਹ ਸਰਵਿਸ ਦੇ ਰਹੀਆਂ। ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨੇ ਤਮਿਲਨਾਡੂ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਪੂਅਰ ਪੀਪਲ ਵਾਸਤੇ ਕਈ ਜਿਹੜੀਆਂ ਇੰਸ਼ੋਰੈਂਸ ਸਕੀਮਸ ਚਲਾਈਆਂ। ਔਰ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਗਰੀਬਾਂ ਵਾਸਤੇ, ਡਾਊਨ ਟਰੋਡਨ ਵਾਸਤੇ, ਆਮ ਪਬਲਿਕ ਲਈ ਬਹੁਤ ਜਿਹੜੀ ਹੈ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਮੁਹੱਈਆ ਕਰਵਾ ਰਹੀ ਹੈ। ਇਸ ਤੋਂ ਇਲਾਵਾ ਜਦੋਂ ਇਹ ਕੰਪਨੀ ਸਟਾਰਟ ਹੋਈ ਸਾਰੀ 1950 ਕਰੋੜ ਰੁਪਏ ਦੇ ਨਾਲ ਇਹ ਕੰਪਨੀ ਸਟਾਰਟ ਹੋਈ ਸੀ 1971 ਵਿੱਚ। ਅੱਜ ਇਹ ਕੰਪਨੀ ਜਿਹੜੀ ਹੈ ਲਾਸਟ ਈਅਰ ਜਿਹੜਾ 2021 ਦਾ ਇਹਦਾ ਪ੍ਰੀਮੀਅਮ ਸੀ ਉਹ 17,000 ਕਰੋੜ ਰੁਪਏ ਦਾ ਪ੍ਰੀਮੀਅਮ ਇਹਨੇ ਕੀਤਾ। ਔਰ ਕੰਪਨੀ ਟਾਈਮ ਟੂ ਟਾਈਮ ਸਰਕਾਰਾਂ ਨੂੰ ਡਿਵੀਡੈਂਡ ਦੇ ਰਹੀ ਹੈ। ਔਰ ਇਸ ਤੋਂ ਇਲਾਵਾ ਜਿਹੜਾ ਹੋਰ ਇੱਕ ਮੁੱਦਾ ਸਾਡਾ ਉਹ ਹੈ ਵੇਜ ਰਿਵੀਜ਼ਨ ਦਾ। ਸਾਡਾ ਜਿਹੜਾ ਵੇਜ ਰਿਵੀਜ਼ਨ ਹੈ 1/8/2017 ਤੋਂ ਪੈਂਡਿੰਗ ਹੈ, 4 ਸਾਲ ਹੋ ਗਏ ਹੈ। ਔਰ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ LIC ਨੂੰ ਆਲਰੇਡੀ ਵੇਜ ਰਿਵੀਜ਼ਨ ਮਿਲ ਚੁੱਕਾ, ਬੈਂਕਸ ਨੂੰ ਦੀ ਜਿਹੜੀ ਹੈ ਸੈਟਲਮੈਂਟ ਹੋ ਚੁੱਕੀ ਹੈ, ਅਤੇ ਜਿਹੜਾ ਸਾਡਾ ਵੇਜ ਰਿਵੀਜ਼ਨ ਪੈਂਡਿੰਗ ਹੈ। ਇਸ ਤੋਂ ਇਲਾਵਾ ਜਿਹੜਾ ਵੇਜ ਰਿਵੀਜ਼ਨ ਦੀ ਗੱਲ ਹੈ ਉਹ ਜਿਹੜੇ ਐਕਸਪੈਂਸਿਸ ਮੀਟ ਅਪ ਕਰਨੇ ਆ ਉਹ ਇੰਸ਼ੋਰੈਂਸ ਕੰਪਨੀ ਕੋਲ ਸਫੀਸ਼ੀਐਂਟ ਸਾਡੇ ਕੋਲ ਫੰਡਸ ਹੈਗੇ ਆ। ਅਸੀਂ ਜਿਹੜੇ ਆ ਆਪਣੀ ਪ੍ਰੋਵੀਜ਼ਨ ਦੇ ਵਿੱਚੋਂ ਹੀ ਸਾਰੇ ਐਕਸਪੈਂਸਿਸ ਮੀਟ ਕਰਨੇ ਆ। ਔਰ ਜੇ ਦੁਬਾਰਾ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰੀਏ ਤਾਂ 2018 ਦੇ ਵਿੱਚ ਦੀ ਦੈਨ ਫਾਈਨਾਂਸ ਮਿਨਿਸਟਰ ਸ਼੍ਰੀ ਅਰੁਣ ਜੇਤਲੀ ਜੀ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਇਹ ਜਿਹੜੀਆਂ ਕੰਪਨੀਆਂ ਇਹਦਾ ਮਰਜਰ ਕੀਤਾ ਜਾਏਗਾ, 3 ਕੰਪਨੀਆਂ ਦੀ ਇੱਕ ਕੰਪਨੀ ਬਣਾਈ ਜਾਏਗੀ। ਬਟ ਗੌਰਮੈਂਟ ਨੇ ਹੁਣ ਰੀਸੈਂਟਲੀ ਇਹ ਜਿਹੜੀ ਮੂਵ ਤੋਂ ਯੂ ਟਰਨ ਲੈ ਕੇ ਇਹਨੂੰ ਪ੍ਰਾਈਵੇਟਾਈਜੇਸ਼ਨ ਵਿੱਚ ਲਿਜਾ ਰਹੀ ਹੈ, ਜਿਹਦਾ ਅਸੀਂ ਸਾਰੇ ਜਿਹੜਾ JFTU ਆ, ਸਾਰੀਆਂ ਇੰਸ਼ੋਰੈਂਸ ਐਸੋਸੀਏਸ਼ਨਸ ਜਿਹੜੀਆਂ ਅਸੀਂ ਇਹਦਾ ਵਿਰੋਧ ਕਰਦੇ ਹਾਂ। ਹੁਣ ਇਹ ਕੁਐਸਚਨ ਹੈ ਕਿ ਆਮ ਲੋਕਾਂ ਨੂੰ ਕੀ ਫਾਇਦਾ ਹੋਏਗਾ। ਜਸਟ ਲਾਈਕ ਜਦੋਂ BJP ਗਵਰਨਮੈਂਟ ਆਈ ਹੈ ਇਹਨਾਂ ਨੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਚਲਾਈ ਹੈ, ਹੋਰ ਹੈਲਥ ਦੀਆਂ ਸਕੀਮਸ ਚਲਾਈਆਂ। ਇਹ ਸਾਰਾ ਕੁਝ ਹੀ ਗਵਰਨਮੈਂਟ ਕੰਪਨੀਜ਼ ਔਰ ਗਵਰਨਮੈਂਟ ਚਾਹੇ ਬੈਂਕਸ ਹੋਣ ਪ੍ਰਾਈਵੇਟ ਦੇ ਵਿੱਚ ਲੋਕਾਂ ਵਾਸਤੇ ਜਾਂ ਅਸੀਂ ਗਵਰਨਮੈਂਟ ਸੈਕਟਰ ਕੰਪਨੀਜ਼ ਹੈ, ਇਹ ਸਾਨੂੰ ਹੀ ਬੇਅਰ ਕਰਨਾ ਪੈਂਦਾ। ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਵੀ ਅੱਗੇ ਨਹੀਂ ਆਉਂਦਾ। ਫਸਲ ਬੀਮਾ ਯੋਜਨਾ ਹੋਈ ਪਿੱਛੇ, ਜੇ ਫਸਲ ਬੀਮਾ ਯੋਜਨਾ ਦੇ ਵਿੱਚ ਇਹਨਾਂ ਨੇ 2-3 ਪ੍ਰਾਈਵੇਟ ਸੈਕਟਰ ਕੰਪਨੀਜ਼ ਲਿੱਤੀਆਂ, ਲੇਕਿਨ ਉਹਨਾਂ ਨੇ ਹੱਥ ਖੜੇ ਕਰ ਦਿੱਤੇ। ਔਰ ਜਿਸ ਦਾ ਕਿ ਅਲਟੀਮੇਟ ਨੁਕਸਾਨ ਤਾਂ ਆਮ ਪਬਲਿਕ ਨੂੰ ਹੀ ਹੈ, ਕਿਉਂਕਿ ਇਹ ਸਾਰਾ ਟੈਕਸ ਮਨੀ ਹੈ ਜੋ ਵੀ ਹੈ। ਜਿੰਨਾ ਵੀ ਸੋਸ਼ਲ ਸੈਕਟਰ ਹੈ, ਪਿੱਛੇ ਸੁਨਾਮੀਆਂ ਆਈਆਂ, ਇਤਨੇ ਜ਼ਿਆਦਾ ਤੂਫਾਨ ਆਉਂਦਾ ਜਾਂ ਕੋਈ ਕੁਝ ਵੀ ਹੁੰਦਾ, ਸਾਨੂੰ ਈਵਨ ਕਈ ਵਾਰੀ ਗਵਰਨਮੈਂਟ ਤੋਂ ਇਹ ਵੀ ਇੰਸਟਰਕਸ਼ਨ ਹੋ ਜਾਂਦੀ ਹੈ ਕਿ ਵੈਦਰ ਔਰ ਤੁਹਾਨੂੰ ਕੋਈ ਡਾਕੂਮੈਂਟ ਮਿਲਦਾ ਹੈ, ਕੋਈ ਕੁਝ ਹੈ ਜਾਂ ਨਹੀਂ ਹੈ। ਇਫ ਦਾ ਕਸਟਮਰ ਇਜ਼ ਕਲੇਮਿੰਗ ਇਟ, you go ahead and pay it as in case of calamity. ਸੋ ਇਸ ਕਰਕੇ ਅਸੀਂ ਇਹ ਦਰਖਾਸਤ ਕਰਦੇ ਹਾਂ ਗਵਰਨਮੈਂਟ ਆਫ ਇੰਡੀਆ ਨੂੰ, ਫਾਈਨਾਂਸ ਮਿਨਿਸਟਰੀ ਨੂੰ, ਕਿ ਇੱਕ ਵਾਰੀ ਫੇਰ ਆਪਣੇ ਇਸ ਕੀਤੇ ਹੋਏ ਫੈਸਲੇ 'ਤੇ ਸੋਚਣ, ਜਿਹੜੀ ਉਹਨਾਂ ਨੇ ਯੂ ਟਰਨ ਲਈ ਹੈ, ਕਿ ਇਹ ਸਾਰਾ ਜੋ ਵੀ ਅਲਟੀਮੇਟ ਨੁਕਸਾਨ ਹੈ ਆਮ ਪਬਲਿਕ ਨੂੰ ਹੀ ਹੋਣ ਜਾ ਰਿਹਾ ਹੈ, ਨਾ ਕਿ ਉਹਨਾਂ ਦਾ ਕੋਈ ਫਰਕ ਨਹੀਂ ਪੈਣਾ, ਉਹਨਾਂ ਨੇ ਤਾਂ ਵੇਚ ਕੇ ਚਲੇ ਜਾਣਾ ਹੈ। ਔਰ ਉਸ ਦੇ ਨਾਲ EMPLOYEES ਵੀ ਸਫਰ ਕਰ ਰਹੇ ਨੇ। ਸਾਡੇ ਵੇਜ ਰਿਵੀਜ਼ਨ ਪੈਂਡਿੰਗ ਹੈ ਜੋ ਨਹੀਂ ਦਿੱਤਾ ਜਾ ਰਿਹਾ।
ਔਰ ਪਬਲਿਕ ਟੈਕਸ ਮਨੀ ਜਿਹੜੀ ਹੈ ਉਸ ਨੂੰ ਬਚਾਉਣਾ ਜਾਣਾ ਚਾਹੀਦਾ। ਥੈਂਕ ਯੂ। ਅੱਜ ਜਿਹੜਾ ਅਸੀਂ ਇੱਕ ਇੱਥੇ ਸਾਰੀਆਂ ਕੰਪਨੀਆਂ ਨੇ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕੀਤਾ ਵਾ, ਇਹ ਮੇਰੇ ਪ੍ਰਧਾਨ ਨਰੇਸ਼ ਜੀ ਨੇ ਔਰ ਵੈਦ ਜੀ ਨੇ ਸਾਰਾ ਤੁਹਾਨੂੰ ਸੰਖੇਪ 'ਚ ਦੱਸ ਹੀ ਦਿੱਤਾ ਵਾ। ਮੈਂ ਫਿਰ ਇਸ ਚੀਜ਼ ਦਾ ਵਿਰੋਧ ਕਰਦਾ ਵਾ, ਪ੍ਰਾਈਵੇਟ ਨਹੀਂ ਹੋਣੀਆਂ ਚਾਹੀਦੀਆਂ ਤਥਾ ਜਿਹੜੀਆਂ ਵੀ ਪਬਲਿਕ ਨੂੰ ਨੁਕਸਾਨ ਹੋ, ਪਬਲਿਕ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਇਸ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਚਾਉਣਾ ਚਾਹੀਦਾ। ਅੱਜ ਅਸੀਂ ਇਸ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਵਾ ਔਰ ਮੈਂ ਸਭ ਦਾ, ਆਪਣੇ ਮੀਡੀਆ ਵਾਲੇ ਭਰਾਵਾਂ ਦਾ ਔਰ ਸਾਰੇ ਜਿੰਨੇ ਵੀ ਸਾਡੇ ਸਾਥੀ ਆਏ ਨੇ, ਮੈਂ ਇੱਥੇ ਆਉਣ 'ਤੇ ਧੰਨਵਾਦ ਕਰਾਂਗਾ ਔਰ ਵੈਲਕਮ ਕਰਦਾ।